हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹਾਂ ਨੈਕਸਟ ਵੀਡੀਓ ਲੈ ਕੇ। ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਹੀ ਹੈ। ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਹੀ ਡਿਸਕਸ ਕੀਤਾ ਸੀਗਾ ਕਿ ਉਹਦੇ ਕੁਐਸਚਨ ਟਾਈਪਸ ਕਿੰਨੀਆਂ ਨੇ ਤੇ ਪਲੱਸ ਉਹਦੇ 'ਚ ਕੀ ਕੀ ਸਟ੍ਰੈਟਜੀ ਤੁਸੀਂ ਯੂਜ਼ ਕਰਨੀ ਹੈ ਜੇ ਤੁਸੀਂ ਵਧੀਆ ਸਕੋਰਿੰਗ ਚਾਹੁੰਦੇ ਹੋ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ। ਤੇ ਅੱਜ ਵੀ ਮੈਂ ਉਹੀ ਚੀਜ਼ ਡਿਸਕਸ ਕਰਾਂਗੀ। ਆਪਾਂ ਇੱਕ ਹੋਰ ਐਗਜ਼ਾਮਪਲ ਲਿਆ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦਾ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਟਿਪਸ ਦੱਸਾਂਗੀ ਕਿ ਤੁਸੀਂ ਕਿਹੜੇ ਟਿਪਸ ਯੂਜ਼ ਕਰਕੇ ਆਪਣੀਆਂ ਬਲੈਂਕਸ ਨੂੰ ਇੰਪਰੂਵ ਕਰ ਸਕਦੇ ਹੋ। ਤੇ ਅੱਜ ਆਪਾਂ ਗੱਲ ਕਰਦੇ ਹਾਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦੇ ਬਲੈਂਕਸ ਦੀ ਨੈਕਸਟ ਕੁਐਸਚਨ ਦੀ। ਤੇ ਆਪਣੇ ਕੋਲ ਕੁਐਸਚਨ ਗਿਵਨ ਹੈ। ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਲਾਸਟ ਵੀਡੀਓ ਦੇ ਵਿੱਚ ਵੀ ਇਹੀ ਡਿਸਕਸ ਕੀਤਾ ਸੀਗਾ ਕਿ ਸਭ ਤੋਂ ਪਹਿਲਾਂ ਤੁਸੀਂ ਪੈਰਾਗ੍ਰਾਫ ਨੂੰ ਸਕੈਨ ਕਰਨਾ ਹੈ ਕਿ ਐਕਚੁਅਲ 'ਚ ਜਿਹੜਾ ਉਹ ਪੈਰਾਗ੍ਰਾਫ ਹੈ ਉਹ ਕਿਸ ਬਾਰੇ ਹੈ, ਮਤਲਬ ਉਹਦਾ ਜਿਹੜਾ ਬੇਸਿਕ ਆਈਡੀਆ ਹੈਗਾ, ਬੇਸਿਕ ਮੈਸੇਜ ਹੈ ਉਹ ਕੀ ਕਨਵੇ ਕਰ ਰਿਹਾ। ਸੋ ਪਹਿਲਾਂ ਆਪਾਂ ਪੈਰਾਗ੍ਰਾਫ ਨੂੰ ਰੀਡ ਕਰਦੇ ਹਾਂ। ਤੁਸੀਂ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਨਾ ਇਸ ਚੀਜ਼ ਦੇ ਵਿੱਚ। ਤੁਸੀਂ ਬਸ ਇੱਕ ਵਾਰ ਰੀਡ ਕਰ ਲਿਆ, ਤੁਹਾਨੂੰ ਜਿੰਨਾ ਸਮਝ ਆਇਆ ਤਾਂ ਠੀਕ ਹੈ। ਮੀਨਸ ਤੁਸੀਂ ਇਹ ਦੇਖ ਲੈਣਾ ਕਿ ਤੁਹਾਨੂੰ ਉਸ ਪੈਰਾਗ੍ਰਾਫ ਦੇ ਵਿੱਚ ਐਕਚੁਅਲ 'ਚ ਉਹਨੇ ਕੀ ਕਨਵੇ ਕੀਤਾ ਹੈ। ਤਾਂ ਆਪਾਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਟ੍ਰੇਡ ਅਲਾਉਸ ਕੰਟਰੀਜ਼ ਟੂ ਐਕਸਪੈਂਡ ਦੇਅਰ ਮਾਰਕੀਟਸ ਐਂਡ ਐਕਸੈਸ ਗੁੱਡਸ ਐਂਡ ਸਰਵਿਸਿਜ਼ that may not have been available domestically. As a dash of international trade, the market is more efficient. This ultimately lead to more competitive pricing and brings products to consumers. Means ਇੱਥੇ ਜਿਹੜੀ ਗੱਲ ਹੋ ਰਹੀ ਹੈ ਉਹ goods and services ਦੀ ਹੋ ਰਹੀ ਹੈ, international trade। ਤਾਂ ਉਸ ਦੇ ਰਿਲੇਟਡ ਹੀ ਸਾਡਾ ਪੈਰਾਗ੍ਰਾਫ ਹੈ। ਹੁਣ ਤੁਸੀਂ ਕੀ ਕਰਨਾ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੱਕ ਤਾਂ ਤੁਸੀਂ ਹਮੇਸ਼ਾ ਧਿਆਨ ਰੱਖਣਾ ਹੈ ਕਿ ਬਲੈਂਕਸ ਤੋਂ ਪਹਿਲੇ ਉਹ ਕਿਸ ਚੀਜ਼ ਦੀ ਗੱਲ ਕਰ ਰਿਹਾ ਹੈ ਤੇ ਆਫਟਰ ਬਲੈਂਕ ਉਹ ਕਿਸ ਚੀਜ਼ ਬਾਰੇ ਦੱਸ ਰਿਹਾ ਹੈ। ਕਿਉਂਕਿ ਜਿਹੜਾ ਆਨਸਰ ਹੁੰਦਾ ਹੈ ਉਹ ਅੱਗੇ ਤੇ ਜਿਹੜੇ ਉਹਦੇ ਪਿੱਛੇ ਕਿਹਾ ਗਿਆ ਉਹਦੇ ਵਿੱਚ ਹੀ ਹੁੰਦਾ ਹੈ। ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਐਲੀਮੀਨੇਸ਼ਨ ਸਟ੍ਰੈਟਜੀ ਯੂਜ਼ ਕਰਨੀ ਹੈ। ਤੇ ਇਨ ਕੇਸ ਜੇ ਤੁਹਾਨੂੰ ਲੱਗ ਰਿਹਾ ਉੱਥੇ ਕਿਸੇ ਗ੍ਰਾਮਰ ਦਾ ਯੂਜ਼ ਹੋ ਰਿਹਾ ਹੈ, ਗ੍ਰਾਮਰ ਇਨ ਦੀ ਸੈਂਸ ਕਿ ਕੋਈ ਵਰਬ ਯੂਜ਼ ਹੋ ਰਹੀ ਹੈ, ਪਾਸਟ ਟੈਂਸ ਹੈ ਜਾਂ ਪ੍ਰੈਜ਼ੈਂਟ ਟੈਂਸ ਹੈ ਜਾਂ ਫਿਊਚਰ ਟੈਂਸ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਉਸ ਦੇ ਅਕੋਰਡਿੰਗ ਬਲੈਂਕ ਨੂੰ ਚੂਜ਼ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਕੋਲੋਕੇਸ਼ਨਸ ਦੇਖ ਸਕਦੇ ਹੋ। ਕੋਲੋਕੇਸ਼ਨਸ ਮਤਲਬ ਕਿ ਐਡਜੈਕਟਿਵ ਹੈ ਤਾਂ ਨਾਊਨ ਆਏਗਾ ਉਹਦੇ ਨਾਲ, ਤੇ ਨਾਊਨ ਹੈ ਤਾਂ ਵਰਬ ਹੋ ਸਕਦੀ ਹੈ, ਵਰਬ ਦੇ ਨਾਲ ਐਡਵਰਬ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਤੁਸੀਂ ਆਪਣੇ ਆਨਸਰਸ ਨੂੰ ਵਾਈਜ਼ਲੀ ਚੂਜ਼ ਕਰਨਾ ਹੈ। ਸੋ ਆਪਾਂ ਅਗਰ ਫਰਸਟ ਲਾਈਨ ਦੀ ਗੱਲ ਕਰੀਏ ਤਾਂ ਫਰਸਟ ਲਾਈਨ ਹੈ ਇੰਟਰਨੈਸ਼ਨਲ ਟ੍ਰੇਡ allows countries to expand their markets and access goods and services that dash may not have been available domestically. Now we have four options. This is the first blank and these are the options of first blank, and options are either, thus, otherwise and likely that may not have been available domestically. So likely ਜਿਹੜੀ option ਹੈ ਉਹ incorrect ਹੈ। ਉਸ ਤੋਂ ਬਾਅਦ ਜਿਹੜੀ ਸੈਕਿੰਡ ਆਪਸ਼ਨ ਹੈ ਦਸ may not have been available is the incorrect option। ਤੇ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ either and the otherwise। ਸੋ ਦੋ ਆਪਸ਼ਨਸ ਹੋ ਸਕਦੀਆਂ ਨੇ that either may not have been available। ਸੋ ਇਹ ਆਪਸ਼ਨ ਕੀ ਹੋਏਗੀ, incorrect ਹੋਏਗੀ, ਕਿਉਂਕਿ either may not have been available। ਸੋ either means ਹੋ ਸਕਦੀ ਹੈ, no। ਸੋ option is otherwise available may not have been available domestically। Now second ਕਿਹੜੀ option ਹੈ, as a dash of international trade means as a dash of, as a dash of international trade। Now we have four options, result, case, degree and delegation। ਹੁਣ ਆਪਾਂ ਕੀ ਕਰਨਾ ਹੈ, ਪਹਿਲਾਂ ਜਿਹੜੀ elimination strategy ਹੈ ਉਹ use ਕਰਨੀ ਹੈ। ਸੋ ਇਹਦੇ ਕੋਲ ਜਿਹੜੀਆਂ four options ਨੇ ਉਹ ਹੈਗੀਆਂ degree, delegation, case and result। So degree as a degree of international trade is the incorrect option। Next is delegation ਕਿਹੜੇ ਹੁੰਦੇ ਆ, ਜਿਹੜੇ ਆਪਾਂ ਬਾਹਰੋਂ ਆਉਂਦੇ ਆ, delegates of international trade। So delegation is also incorrect option and as a result, as a case, ਦੋਨੋਂ options correct ਹੋ ਸਕਦੀਆਂ। but ਅਗਰ ਆਪਾਂ ਗੱਲ ਕਰਦੇ as a case of international trade ਨਹੀਂ ਆਏਗਾ, ਕਿਉਂਕਿ case ਇੱਕ different ਚੀਜ਼ ਹੋਗੀ, ਇੱਕ particular ਉਹ ਹੋ ਗਿਆ ਕਿ ਹਾਂ ਇਸ ਕੇਸ ਤੇ ਉਹ ਕੰਮ ਕਰ ਰਿਹਾ। but as a result of international trade is the correct option। Now next is the market is more efficient as a result of international trade, the market is more efficient। so ਇਹ ਇਸ ਚੀਜ਼ ਦਾ conclusion ਹੋ ਗਿਆ। this ਇਸ ਦੇ ਰਿਜ਼ਲਟ ਨਾਲ ਕੀ ਹੋਇਆ ਕਿ ਜਿਹੜੀ ਮਾਰਕੀਟ ਹੈ ਉਹ ਬਹੁਤ ਜ਼ਿਆਦਾ ਐਫੀਸ਼ੀਐਂਟ ਹੋ ਗਈ ਐਂਡ ਉਹਦੇ ਨਾਲ ਕੀ ਹੋਏਗਾ, this ultimately lead to more competitive pricing and brings, ਉਸ ਦੇ ਨਾਲ ਉਹ ਆਟੋਮੈਟਿਕਲੀ ਲੀਡ ਕਰੇਗਾ competitive pricing and brings
ਡੈਸ਼ ਪ੍ਰੋਡਕਟਸ ਟੂ ਕੰਜ਼ਿਊਮਰ। ਜੇ ਤੁਹਾਡਾ ਮਤਲਬ ਮਾਰਕੀਟ ਮੋਰ ਐਫੀਸ਼ੀਐਂਟ ਹੋ ਰਹੀ ਹੈ ਤਾਂ ਉਹਦੇ ਨਾਲ ਉਹ ਕੀ ਕਰ ਰਿਹਾ, ਕੰਪੀਟੀਸ਼ਨ ਜ਼ਿਆਦਾ ਹੋ ਰਿਹਾ। ਤਾਂ ਜੇ ਕੰਪੀਟੀਸ਼ਨ ਜ਼ਿਆਦਾ ਹੋ ਰਿਹਾ ਤਾਂ ਆਪਣੀਆਂ ਪ੍ਰੋਡਕਟਸ ਜਿਹੜੀਆਂ ਨੇ ਕੰਜ਼ਿਊਮਰ ਨੂੰ ਕਿਸ ਰੇਟ ਤੇ ਦੇਗਾ, ਮਤਲਬ ਇਸ ਚੀਜ਼ ਦਾ, ਇਸ ਲਾਈਨ ਦਾ ਇਹ ਕਨਕਲੂਜ਼ਨ ਨਿਕਲ ਰਿਹਾ। ਸੋ ਸਾਡੇ ਕੋਲ ਜਿਹੜੀਆਂ ਦੀਆਂ ਆਪਸ਼ਨਸ ਨੇ ਉਹ ਹੈਗੀਆਂ ਚੀਪਰ, ਨਿਊਅਰ, ਆਲ ਐਂਡ ਨੋਵਲ। ਸੋ ਇਹ ਤਾਂ ਇਨਕਰੈਕਟ ਹੋ ਗਈ, ਨੋਵਲ ਦੀ ਇੱਥੇ ਕੋਈ ਗੱਲ ਨਹੀਂ ਹੋ ਰਹੀ। ਆਲ ਪ੍ਰੋਡਕਟਸ ਟੂ ਕੰਜ਼ਿਊਮਰ ਨੋ, ਐਂਡ ਨਿਊਅਰ ਪ੍ਰੋਡਕਟਸ ਟੂ ਕੰਜ਼ਿਊਮਰ, ਇਹਨਾਂ ਤਿੰਨਾਂ ਚੋਂ ਆਪਾਂ ਨੇ ਦੇਖਣਾ ਹੈ। ਬਟ ਅਗਰ ਉੱਥੇ ਕੰਪੀਟੀਸ਼ਨ ਦੀ ਗੱਲ ਹੋ ਰਹੀ ਹੈ ਤਾਂ ਇਟ ਮੀਨਸ ਉਹ ਕੰਪੀਟੀਸ਼ਨ ਤਾਂ ਹੀ ਉਸ ਕੰਪੀਟੀਸ਼ਨ 'ਚ ਆਏਗਾ ਕਿ ਜੇ ਉਹ ਬਾਕੀ ਉਸ ਤੋਂ ਆਪਣੀ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਨੂੰ ਘੱਟ ਰੇਟ ਤੇ ਵੇਚੇਗਾ। ਸੋ ਇੱਥੇ ਜਿਹੜਾ ਰਹੇਗਾ ਉਹ ਆਪਸ਼ਨ ਰਹੇਗੀ ਚੀਪਰ ਪ੍ਰੋਡਕਟਸ ਟੂ ਕੰਜ਼ਿਊਮਰਸ। ਦਿਸ ਇਜ਼ ਦੀ ਕਰੈਕਟ ਆਪਸ਼ਨ। ਸੋ ਤੁਸੀਂ ਉਸ ਤੋਂ ਬਾਅਦ ਉਹਨੂੰ ਫਿਟ ਕਰਕੇ ਵੀ ਦੇਖ ਸਕਦੇ ਹੋ। ਇੰਟਰਨੈਸ਼ਨਲ ਟ੍ਰੇਡ ਅਲਾਉਸ ਕੰਟਰੀ ਟੂ ਐਕਸਪੈਂਡ ਦੇਅਰ ਮਾਰਕੀਟ ਐਂਡ ਐਕਸੈਸ ਗੁਡਸ ਐਂਡ ਸਰਵਿਸਿਜ਼ that otherwise may not have been available domestically. As a result of international trade, the market is more efficient. They ultimately lead to more competitive pricing and brings cheaper products to consumers. ਇਸ ਤਰ੍ਹਾਂ ਤੁਸੀਂ ਉਹਨੂੰ ਚੈੱਕ ਕਰਕੇ ਦੇਖ ਸਕਦੇ ਹੋ ਕਿ ਉਹ ਕਰੈਕਟ ਹੈ ਜਾਂ ਨਹੀਂ ਹੈਗਾ। ਉਸ ਤੋਂ ਬਾਅਦ ਟਿਪਸ ਐਂਡ ਟ੍ਰਿਕਸ ਕੀ ਨੇ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦਾ। ਸਭ ਤੋਂ ਪਹਿਲਾਂ ਟਾਈਮ ਮੈਨੇਜਮੈਂਟ ਹੈਗੀ ਹੈ। ਟਾਈਮ ਮੈਨੇਜਮੈਂਟ ਦੇ ਵਿੱਚ ਤੁਸੀਂ ਕਿਸੇ ਵੀ ਬਲੈਂਕ ਤੋਂ 2.5 ਮਿੰਟਸ ਤੋਂ ਜ਼ਿਆਦਾ ਨਹੀਂ ਦੇਣਾ, ਕਿਉਂਕਿ ਮਿਨੀਮਮ ਟਾਈਮ ਪੀਰੀਅਡ 2 ਮਿੰਟਸ ਹੀ ਹੈ, ਬਟ ਤੁਸੀਂ 2.5 ਵੀ ਲਗਾ ਸਕਦੇ ਹੋ ਕਿਉਂਕਿ ਅੱਗੇ MCQ ਤੇ ਤੁਸੀਂ ਟਾਈਮ ਘੱਟ ਯੂਜ਼ ਕਰ ਸਕਦੇ ਹੋ। ਸੋ ਇਸ ਚੀਜ਼ ਦਾ ਤੁਸੀਂ ਬਹੁਤ ਧਿਆਨ ਰੱਖਣਾ ਹੈ। ਜਦੋਂ ਵੀ ਤੁਸੀਂ ਬਲੈਂਕਸ, ਤੁਹਾਡੇ ਕੋਲ ਰੀਡਿੰਗ ਸੈਕਸ਼ਨ ਆਏਗਾ, ਸੇਮ ਬਾਕੀ ਸੈਕਸ਼ਨਸ ਦੇ ਵਾਂਗ ਉੱਥੇ ਵੀ ਟਾਈਮਰ ਪਲੇਸ ਹੋਏਗਾ। ਸੋ ਤੁਸੀਂ ਉਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਹਾਡਾ ਟਾਈਮ ਪੀਰੀਅਡ ਐਕਸੀਡ ਨਾ ਕਰੇ, ਕਿਉਂਕਿ ਜੇ ਰੀਡਿੰਗ ਰਾਈਟਿੰਗ ਦੇ ਵਿੱਚ ਕਰ ਗਿਆ ਤਾਂ ਲਾਸਟ ਵਿੱਚ ਜਿਹੜੀਆਂ ਰੀਡਿੰਗ ਦੀਆਂ ਬਲੈਂਕਸ ਨੇ ਉਹਦੇ ਵਾਸਤੇ ਟਾਈਮ ਬਹੁਤ ਘੱਟ ਬਚਦਾ ਹੈ। ਸੋ ਇਸ ਚੀਜ਼ ਤੇ ਫੋਕਸ ਜ਼ਰੂਰ ਕਰਨਾ ਹੈ ਇਨ ਕੇਸ ਤੁਹਾਨੂੰ ਪੈਰਾਗ੍ਰਾਫ ਲੈਂਥੀ ਆਉਂਦਾ ਹੈ। ਨਾਓ ਅੰਡਰਸਟੈਂਡ ਦੀ ਕੁਐਸਚਨ, ਜਿਵੇਂ ਤੁਹਾਨੂੰ ਦੱਸਿਆ ਕਿ ਪਹਿਲਾਂ ਤੁਸੀਂ ਅੰਡਰਸਟੈਂਡ ਕਰਨਾ ਕਿ ਕੁਐਸਚਨ ਹੈ ਕਿਸ ਬਾਰੇ ਹੈ। ਸਕੈਨਿੰਗ ਐਂਡ ਸਵਿੰਗਿੰਗ ਇਜ਼ ਦੀ ਗੁੱਡ ਆਪਸ਼ਨ ਫॉर ਅੰਡਰਸਟੈਂਡਿੰਗ ਦੀ ਕੁਐਸਚਨ। ਤੁਸੀਂ ਜਸਟ ਉਹਨੂੰ ਸਕੈਨ ਕਰ ਲਓ, ਉਹਦਾ ਕਨਕਲੂਜ਼ਨ ਦੇਖ ਲਓ ਕਿ ਉਹਦੇ ਵਿੱਚ ਐਕਚੁਅਲ 'ਚ ਕੀ ਕਨਵੇ ਕਰ ਰਿਹਾ ਮੈਸੇਜ। ਦੈਨ ਅੰਡਰਸਟੈਂਡ ਦੀ ਕੰਟੈਕਸਟ। ਕੰਟੈਕਸਟ ਮੀਨਸ ਬਲੈਂਕਸ ਦੇ ਅੱਗੇ ਕੀ ਲਿਖਿਆ, ਪਿੱਛੇ ਕੀ ਲਿਖਿਆ, ਉਸ ਕੰਟੈਕਸਟ ਨੂੰ ਤੁਸੀਂ ਸਮਝਣਾ ਹੈ। then look at the words before and after the blanks। ਤੁਸੀਂ words ਦੇਖਣੇ ਆ। ਇੱਥੇ words ਦੇਖਣ ਦਾ ਮਤਲਬ ਇਹ ਹੈ ਕਿ ਅਗਰ ਤੁਹਾਨੂੰ ਲੱਗ ਰਿਹਾ ਕੋਈ verb use ਹੋ ਰਹੀ ਹੈ ਜਾਂ ਕੋਈ tense ਦੀ ਗੱਲ ਹੋ ਰਹੀ ਹੈ ਤਾਂ ਉਸੀ ਦੇ ਅਕੋਰਡਿੰਗ ਤੁਹਾਡੀ ਆਪਸ਼ਨ ਆਏਗੀ। ਅੱਗੇ ਮੈਂ ਆਪਣੇ ਅਗਲੀਆਂ ਵੀਡੀਓਜ਼ ਤੋਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਗ੍ਰਾਮਰ ਨੂੰ ਕਿਵੇਂ ਯੂਜ਼ ਕਰਨਾ ਹੈ, ਉਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਇਸ ਬਲੈਂਕਸ ਨੂੰ ਅਗਰ ਤੁਸੀਂ ਵਧੀਆ ਸਕੋਰ ਕਰਨਾ ਚਾਹੁੰਦੇ ਹੋ ਤਾਂ ਨੌਲੇਜ ਆਫ ਵੋਕੈਬਲਰੀ ਇਜ਼ ਮੋਸਟ ਇੰਪੋਰਟੈਂਟ। ਗ੍ਰਾਮਰ ਐਂਡ ਸੈਂਸ ਆਫ ਕੋਲੋਕੇਸ਼ਨਸ ਇਜ਼ ਦੀ ਮੋਸਟ ਇੰਪੋਰਟੈਂਟ। ਤੁਸੀਂ ਆਪਣੀ ਵੋਕੈਬਲਰੀ ਨੂੰ ਬਿਲਡਅਪ ਕਰਨਾ ਹੈ, ਰੋਜ਼ ਬਿਲਡਅਪ ਕਰਨਾ ਹੈ। ਐਂਡ ਐਲੀਮੀਨੇਸ਼ਨ ਮੈਥਡ। ਐਲੀਮੀਨੇਸ਼ਨ ਮੈਥਡ ਇਹ ਹੈ ਕਿ ਜਦੋਂ ਤੁਹਾਡੇ ਕੋਲ 4 ਆਪਸ਼ਨਸ ਗਿਵਨ ਨੇ ਤਾਂ ਤੁਸੀਂ 2 ਆਪਸ਼ਨਸ ਪਹਿਲਾਂ ਹੀ ਉੱਥੇ ਕੱਟ ਕਰ ਦੋ ਕਿ ਇਹ ਆਪਸ਼ਨਸ ਨਹੀਂ ਹੋ ਸਕਦੀਆਂ। ਬਟ ਪੇਪਰ 'ਚ ਇੰਨਾ ਈਜ਼ੀ ਵੀ ਨਹੀਂ ਆਉਂਦਾ ਕਿਉਂਕਿ ਉੱਥੇ ਕੀ ਹੁੰਦੀਆਂ ਕਿ ਸਿਮਿਲਰ ਆਪਸ਼ਨਸ ਹੁੰਦੀਆਂ ਨੇ। ਸੋ ਤੁਸੀਂ ਜਦੋਂ ਉਹਨੂੰ ਐਲੀਮੀਨੇਸ਼ਨ ਸਟ੍ਰੈਟਜੀ ਯੂਜ਼ ਕਰ ਰਹੇ ਹੋ ਤਾਂ ਉਸਨੂੰ ਵਧੀਆ ਤਰੀਕੇ ਨਾਲ ਯੂਜ਼ ਕਰਨਾ ਹੈ। ਐਂਡ ਰੀਡ ਵਟ ਯੂ ਲਵ ਟੂ ਰੀਡ ਮੀਨਸ ਜਦੋਂ ਵੀ ਤੁਸੀਂ ਬਲੈਂਕਸ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਰੀਡਿੰਗ ਇਜ਼ ਦੀ ਓਨਲੀ ਵੇ ਟੂ ਇੰਪਰੂਵ ਯੂਰ ਰੀਡਿੰਗ ਐਂਡ ਰਾਈਟਿੰਗ ਫਿਲਿੰਗਸ ਆਫ ਬਲੈਂਕਸ। ਸੋ ਯੂ ਹੈਵ ਟੂ ਰੀਡ। ਰੀਡ ਉਹ ਚੀਜ਼ ਕਰੋ ਕਿ ਜੋ ਤੁਹਾਨੂੰ ਵਧੀਆ ਲੱਗਦੀ ਹੈ, ਜਿੱਥੇ ਤੁਹਾਡਾ ਇੰਟਰਸਟ ਹੈ ਕਿ ਮੈਨੂੰ ਇਹ ਟੌਪਿਕਸ ਵਧੀਆ ਲੱਗਦੇ ਨੇ। ਸੋ ਉਸ ਚੀਜ਼ ਨੂੰ ਤੁਸੀਂ ਰੀਡ ਕਰਨਾ ਹੈ। ਉਹਦੇ ਨਾਲ ਕੀ ਹੋਏਗਾ, ਤੁਹਾਡਾ ਕੰਟੈਕਸਟ ਸਮਝ ਆਉਣਾ ਲੱਗ ਜਾਏਗਾ ਕਿ ਕੀ ਐਕਚੁਅਲ 'ਚ ਕਹਿਣਾ ਚਾਹ ਰਿਹਾ ਹੈ। ਵਾਈਲ ਪ੍ਰੈਕਟਿਸਿੰਗ ਪ੍ਰਪੇਅਰ ਅ ਡਿਕਸ਼ਨਰੀ। ਜੋ ਵਰਡਸ ਤੁਹਾਨੂੰ ਡਿਫਿਕਲਟ ਲੱਗ ਰਹੇ ਨੇ, ਜਿਨ੍ਹਾਂ ਦੇ ਮੀਨਿੰਗਸ ਤੁਹਾਨੂੰ ਨਹੀਂ ਕਲੀਅਰ ਹੈ, ਤੁਸੀਂ ਉਹਨਾਂ ਦੀ ਡਿਕਸ਼ਨਰੀ ਬਣਾ ਸਕਦੇ ਹੋ। ਸੋ ਐਟ ਦੀ ਐਂਡ ਕਿ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕੋ। ਬਟ ਡਿਕਸ਼ਨਰੀ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਸਟ ਉਹਨਾਂ ਨੂੰ ਲਿਖ ਕੇ ਰੱਖ ਲਿਆ, ਤੁਸੀਂ ਉਹਨਾਂ ਨੂੰ ਯੂਜ਼ ਵੀ ਕਰਨਾ ਹੈ ਤਾਂ ਕਿ ਤੁਹਾਨੂੰ ਉਹ ਵਰਡਸ ਦਾ ਸਮਝ ਆਏ ਕਿ ਉਹ ਕਿੱਥੇ ਯੂਜ਼ ਹੋ ਰਹੇ ਨੇ। ਗਿਵ ਮੌਕ ਟੈਸਟ ਐਂਡ ਸੈਕਸ਼ਨ ਟੈਸਟ ਐਜ਼ ਮਚ ਐਜ਼ ਯੂ ਕੈਨ। ਪ੍ਰੈਕਟਿਸ ਤਾਂ ਤੁਸੀਂ ਕਰੋਗੇ ਹੀ ਕਰੋਗੇ, ਬਟ ਤੁਸੀਂ ਆਪਣਾ ਸਕੋਰ ਅਗਰ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੌਕ ਟੈਸਟ ਜਾਂ ਸੈਕਸ਼ਨ ਟੈਸਟ ਜਿੰਨੇ ਵੀ ਦੇ ਸਕਦੇ ਹੋ ਉਨੇ ਹੀ ਦੇਣੇ ਹੈ। and keep practicing is the only way to improve your reading and writing filling the blanks। in case ਉਸ ਤੋਂ ਬਾਅਦ ਵੀ ਤੁਹਾਨੂੰ ਕੋਈ issue ਆ ਰਿਹਾ then you can message me on my WhatsApp number and you can also call me on this number। ਐਂਡ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ, ਇੰਸਟਾਗ੍ਰਾਮ 'ਤੇ ਮੇਰਾ ਅਕਾਊਂਟ ਫੋਲੋ ਕਰ ਸਕਦੇ ਹੋ। ਹਲੇ ਤੱਕ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।